ਉਹਨਾਂ ਦੇ ਬੱਚਿਆਂ ਨੂੰ ਕੁੱਤੇ ਖਾਣਗੇ। ਜੇਕਰ ਉਹ ਕਹਿੰਦਾ ਹੈ ਪਿੰਡਾਂ ਥਾਵਾਂ ਦੇ ਵਿੱਚ ਹੋਣਗੇ, ਉਹਨਾਂ ਦੇ ਬੱਚਿਆਂ ਨੂੰ ਕਹਿੰਦਾ ਉੱਡਦੇ ਹੋਏ ਪੰਛੀ ਖਾਣਗੇ। ਕਹਿੰਦਾ ਮੈਂ ਵੈਰ ਤੀਜੀ ਤੇ ਚੌਥੀ ਪੀੜ੍ਹੀ ਤੱਕ ਛੱਡਦਾ, ਮੈਂ ਅਣਖ ਵਾਲਾ ਕਹਿੰਦਾ ਪਰਮੇਸ਼ਰ ਹਾਂ। ਜਦ ਅਸੀਂ ਉਪਾਸਨਾ ਕਰਦੇ ਆ, ਜਦ ਅਸੀਂ ਡਰ ਵਿੱਚ ਰਹਿੰਦੇ ਆ, ਉਹ ਅਣਖ ਵਾਲਾ ਪਰਮੇਸ਼ਰ ਹੈ। ਕਿਤੇ ਪਾਪ ਕਰਕੇ ਧਨ ਨੂੰ ਇਕੱਠਿਆਂ ਨਾ ਕਰੀਏ, ਕਿਤੇ ਠੱਗੀ ਮਾਰ ਕੇ ਧਨ ਨੂੰ ਇਕੱਠਿਆਂ ਨਾ ਕਰੀਏ, ਕਿਤੇ ਰਿਸ਼ਵਤ ਖੋਰੇ ਨਾ ਬਣ ਜਾਈਏ, ਕਿਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਈਏ, ਵਿਆਜੜੀਏ ਨਾ ਬਣ ਜਾਈਏ। ਕਹਿੰਦਾ ਮੈਂ ਅਣਖ ਵਾਲਾ ਪਰਮੇਸ਼ਰ ਆ। ਕਹਿੰਦਾ ਪਾਪ ਤੁਹਾਡਾ ਮਰਦਾ ਨਹੀਂ ਆ। ਕਹਿੰਦਾ ਮੈਂ ਅਣਖ ਵਾਲਾ ਪਰਮੇਸ਼ਰ ਆ। ਇਹ ਕੰਮ ਨਾ ਕਰੇ, ਤੁਹਾਡਾ ਪਾਪ ਜਿਹੜਾ ਜਾਗਦਾ ਰਹਿੰਦਾ ਹੈ। ਕਹਿੰਦਾ ਮੈਂ ਅਣਖ ਵਾਲਾ ਹਾਂ, ਅਣਖ ਰੱਖਦਾ ਹਾਂ। ਕਹਿੰਦਾ ਤੂੰ ਤੇ ਬਚ ਜਾਏਗਾ, ਪਰ ਤੇਰੀ ਆਉਣ ਵਾਲੀ ਪੀੜ੍ਹੀ ਕਦੀ ਬਚੇਗੀ। ਅਸੀਂ ਧਨ ਕਿੰਨਾ ਵੀ ਇਕੱਠਾ ਕਰਦੇ ਆ, ਹਾਂਜੀ। ਜੇਕਰ ਬੱਚੇ ਹੀ ਬਰਬਾਦ ਹੋ ਗਏ ਤੇ ਸਾਡਾ ਕਮਾਇਆ ਹੋਇਆ ਧਨ ਕਿਸ ਕੰਮ ਆਵੇਗਾ? ਸਾਡਾ ਕਮਾਇਆ ਹੋਇਆ ਧਨ ਕਿਸ ਕੰਮ ਆਵੇਗਾ? ਮਾਫ ਕਰਨਾ, ਬਿਮਾਰੀ ਕਿੰਨੀ ਤਕੜੀ ਚੱਲੀ ਸੀ, ਜਿਸ ਨੂੰ ਕਰੋਨਾ ਦਾ ਨਾਮ ਦਿੱਤਾ ਗਿਆ। ਬਿਮਾਰੀ ਦੇ ਵਿੱਚ ਕਈ ਲੋਕ ਜਹਾਨ ਤੋਂ ਕੁਝ ਕਰ ਗਏ ਆ। ਲੰਬਾਰੀਆਂ ਭਰੀਆਂ ਰਹਿ ਗਈਆਂ ਮਾਇਆ ਦੇ ਨਾਲ, ਲੰਬਾਰੀਆਂ ਭਰੀਆਂ ਰਹਿ ਗਈਆਂ ਵਧੀਆ ਸੂਟਾਂ ਦੇ ਨਾਲ, ਲੰਬਾਰੀਆਂ ਭਰੀਆਂ ਰਹਿ ਗਈਆਂ ਵਧੀਆ ਹੀਰਿਆਂ ਦੇ ਨਾਲ, ਪਰ ਉਹਨਾਂ ਦਾ ਹੀਰਾ ਉਹਨਾਂ ਨੂੰ ਬਚਾ ਸਕਿਆ, ਉਹਨਾਂ ਦਾ ਧਨ ਉਹਨਾਂ ਨੂੰ ਬਚਾ ਨਹੀਂ ਸਕਿਆ। ਇਸ ਕਰਕੇ ਜੇਕਰ ਕੋਈ ਇਨਸਾਨ ਪਾਪ ਦੇ ਨਾਲ ਪੈਸੇ ਨੂੰ ਇਕੱਠਿਆ ਕਰੇਗਾ, ਉਹਨਾਂ ਦਾ ਪਾਪ ਦੇ ਨਾਲ ਕਮਾਇਆ ਹੋਇਆ ਧਨ ਕਦੇ ਵੀ ਆਪਣੇ ਬੱਚੇ ਨੂੰ ਬਚਾ ਸਕਦਾ ਨਹੀਂ, ਬਚਾ ਸਕਦਾ। ਕਿਉਂਕਿ ਵਚਨ ਦੱਸੇਗਾ ਉਹ ਬੱਚਾ ਬਚ ਨਹੀਂ ਸਕਦਾ। ਜਿਸ ਕਿਸੇ ਨੇ ਬੁਰਾਈ ਦੇ ਨਾਲ ਪੈਸੇ ਨੂੰ ਇਕੱਠਿਆ ਕੀਤਾ ਹੈ, ਹਾਂਜੀ ਪੜ੍ਹਦੇ ਨੇ ਹਾਂ ਵਿਵਸਥਾ ਸਾਰੇ ਉਸ ਦਾ 5 ਅਧਿਆਏ ਉਸ ਦੀ 9 ਵਾਕ ਪੜ੍ਹਦੇ ਨੇ ਹਾਂ। ਵਚਨ ਕੀ ਦੱਸਦਾ ਹੈ? ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ। ਕਹਿੰਦਾ ਨਾ ਤੂੰ ਇਹੋ ਜਿਹੇ ਲੋਕਾਂ ਅੱਗੇ, ਕਹਿਣ ਦਾ ਭਾਵ ਮੂਰਤਾਂ ਅੱਗੇ, ਝੂਠੀਆਂ ਮੂਰਤਾਂ ਅੱਗੇ, ਪੱਥਰਾਂ ਅੱਗੇ ਤੇ ਮੜੀਆਂ ਮਸਾਨਾਂ ਅੱਗੇ ਮੱਥਾ ਨਾ ਟੇਕ, ਨਾ ਉਹਨਾਂ ਦੀ ਪੂਜਾ ਕਰ। ਕਹਿੰਦਾ ਨਾ ਤੇ ਉਹਨਾਂ ਮੜੀਆਂ ਮਸਾਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ, ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ। ਅਣਖ ਵਾਲਾ ਪਰਮੇਸ਼ਰ। ਕਹਿੰਦਾ ਇੱਥੇ ਵੀ ਗੱਲ ਹੋਈ ਹੈ ਅਣਖ ਦੀ। ਐਤ ਜਿਹੜੀ ਵੀ ਆਏਗੀ ਅਣਖ ਤੇ ਆਵੇਗੀ। ਪਰਮੇਸ਼ਰ ਅਣਖ ਰੱਖਦਾ ਹੈ। ਸਭ ਲੋਕ ਅਣਖ ਰੱਖਦੇ ਆ, ਪਰ ਪਰਮੇਸ਼ਰ ਵੀ ਅਣਖ ਰੱਖਦਾ ਹੈ। ਕਹਿੰਦਾ ਹੈ ਮੈਂ ਅਣਖ ਰੱਖਣ ਵਾਲਾ ਪਰਮੇਸ਼ਰ ਹਾਂ। ਹਾਂਜੀ ਪੜ੍ਹਦੇ ਨੇ ਹਾਂ। ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ, ਜਿਹੜਾ ਕਹਿੰਦਾ ਪਿਓ ਦਾਦੇ ਬੁਰਾਈ ਕਰਦੇ ਆ, ਪਾਪ ਕਰਦੇ ਆ, ਪਾਪ ਦੇ ਨਾਲ ਧਨ ਨੂੰ ਇਕੱਠਿਆਂ ਕਰਦੇ ਆ। ਕਹਿੰਦਾ ਮਾਂ ਪਿਓ ਦੀ ਬੁਰਾਈ ਜਿਹੜੀ ਹੈ, ਹਾਂਜੀ ਪੜ੍ਹਦੇ ਨੇ ਹਾਂ। ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ, ਜਿਹੜਾ ਪਿਓ ਦਾਦਿਆਂ ਦੇ ਪਾਪ ਨੂੰ ਬੱਚਿਆਂ ਦੇ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਤੇ ਚੌਥੀ, ਆਪਣੇ ਉਹਨੂੰ ਵੈਰੀ ਕਹਿੰਦਾ ਹੈ। ਬੜੇ ਧਿਆਨ ਦੇ ਕੇ ਸੁਣਨਾ ਹੈ। ਉਸ ਇਨਸਾਨ ਨੂੰ ਪਰਮੇਸ਼ਰ ਆਪਣਾ ਵੈਰੀ ਕਹਿੰਦਾ ਹੈ, ਜਿਹੜਾ ਵਿਆਜੜੀਆ ਹੈ, ਜਿਹੜਾ ਵਿਆਜ ਵਸੂਲ ਕਰਦਾ ਹੈ, ਉਸ ਨੂੰ ਪਰਮੇਸ਼ਰ ਕਹਿੰਦਾ ਉਹ ਮੇਰਾ ਵੈਰੀ ਹੈ। ਤੇ ਜਿਹੜਾ ਰਿਸ਼ਵਤ ਖੋਰਾ ਹੈ, ਉਸ ਨੂੰ ਪਰਮੇਸ਼ਰ ਕਹਿੰਦਾ ਮੇਰਾ ਵੈਰੀ ਹੈ। ਕਹਿੰਦਾ ਉਹ ਮੇਰਾ ਵੈਰੀ ਹੈ। ਕਹਿੰਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ, ਕਹਿੰਦਾ ਉਹ ਮੇਰਾ ਵੈਰੀ ਹੈ। ਉਹ ਇਨਸਾਨ ਯਾਦ ਰੱਖੇ, ਕਹਿੰਦਾ ਜਿਹੜਾ ਠੱਗੀ ਮਾਰ ਕੇ ਆਪਣੇ ਘਰ ਨੂੰ ਚਲਾਉਂਦਾ ਹੈ, ਚੋਰੀ ਕਰਕੇ ਆਪਣੇ ਘਰ ਨੂੰ ਚਲਾਉਂਦਾ ਹੈ, ਕਹਿੰਦਾ ਇਹ ਮੇਰਾ ਵੈਰੀ ਹੈ। ਕਹਿੰਦਾ ਮੈਂ ਅਣਖ ਵਾਲਾ ਪਰਮੇਸ਼ਰ ਹਾਂ। ਇਹ ਬਦਲਾ ਦੂਜੀ ਤੇ ਤੀਜੀ ਪੀੜ੍ਹੀ ਤੱਕ ਛੱਡਦਾ, ਦੂਜੀ ਤੇ ਤੀਜੀ ਪੀੜ੍ਹੀ ਤੱਕ ਪਰਮੇਸ਼ਰ ਬਦਲਾ ਛੱਡਦਾ ਨਹੀਂ, ਛੱਡਦਾ। ਸਭ ਬੋਲਾਂਗੇ ਹਾਲੇਲੂਇਆ, ਹੋਰ ਨਾ ਬੋਲਾਂਗੇ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਹਿੰਦਾ ਮੈਂ ਅਣਖ ਵਾਲਾ ਪਰਮੇਸ਼ਰ ਹਾਂ। ਇਸ ਕਰਕੇ ਸਭਨਾਂ ਨੇ ਕਿਸੇ ਨੇ ਇਹੋ ਜਿਹੇ ਪਾਪ ਨਹੀਂ ਕਰਨੇ, ਇਹੋ ਜਿਹਾ ਧਨ ਨਹੀਂ ਇਕੱਠਾ ਕਰਨਾ ਜਿਹੜਾ ਸਾਡੇ ਬੱਚਿਆਂ ਦੇ ਲਈ ਜ਼ਹਿਰ ਬਣ ਜਾਵੇ। ਅਸੀਂ ਬੱਚਿਆਂ ਨੂੰ ਕਿੰਨੇ ਲਾਡ ਪਿਆਰ ਦੇ ਨਾਲ ਪਾਲਦੇ ਹਾਂ, ਤੇ ਜਦ ਸਾਡੀਆਂ ਅੱਖਾਂ ਦੇ ਸਾਹਮਣੇ ਤੜਫਦਾ ਹੋਇਆ ਮਰੇਗਾ ਤੇ ਸਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਸਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ? ਜਿਸ ਬੱਚੇ ਨੂੰ ਅਸੀਂ ਬੜੇ ਹੀ ਉਤਸ਼ਾਹ ਦੇ ਨਾਲ, ਬੜੇ ਪਿਆਰ ਦੇ ਨਾਲ ਪਾਲਦੇ ਆ, ਤੇ ਜਦੋਂ ਪਾਲਦਾ ਹੋਇਆ ਪਲਿਆ ਹੋਇਆ ਬੱਚਾ ਸਾਡੀ ਗੋਦੀ ਦੇ ਸਾਹਮਣੇ ਤੇ ਸਾਡੀ ਗੋਦੀ ਦੇ ਵਿੱਚ ਗੁਜ਼ਰ ਜਾਵੇ ਤੇ ਸਾਨੂੰ ਕਿਸ ਤਰ੍ਹਾਂ ਦਾ ਲੱਗੇਗਾ? ਸਹੀ ਲੱਗੇਗਾ? ਉੱਥੋਂ ਯਾਦ ਆਉਂਦਾ ਹੈ
ਬਦੀ ਕਿੰਨਾ ਅੱਗੇ ਆਉਂਦੀ ਹੈ, ਮਾਂ ਪਿਓ ਦੀ ਬਦੀ ਕਿੰਨਾ ਅੱਗੇ ਆਉਂਦੀ ਹੈ, ਬੱਚਿਆਂ ਅੱਗੇ ਆਉਂਦੀ ਹੈ। ਸਭ ਬੋਲਾਂਗੇ ਹਾਲੇਲੂਇਆ। ਇਨਸਾਨ ਨਹੀਂ ਮੰਨਦਾ, ਮਾਫ ਕਰਨਾ ਜੇਕਰ ਕਹੀਏ ਨਾ ਹੱਥ ਖੜੇ ਕਰੇ ਭਾਈ ਤੁਸੀਂ ਇਹ ਕੰਮ ਕਰਦੇ ਜੇ ਤੇ ਤੁਸੀਂ ਕੱਛਾਂ 'ਚ ਹੱਥ ਲਾ ਲੈਣੇ ਆ, ਅਸੀਂ ਇਹ ਪਾਪ ਕਰਦੇ। ਹਰ ਇੱਕ ਇਨਸਾਨ ਕਹਿੰਦਾ ਮੈਂ ਪਾਪ ਕਰਦਾ, ਪਰ ਵਚਨ ਬਿਆਨ ਕਰਦਾ ਪਹਿਲੇ ਯਹੋਨਾ ਦੀ ਪੱਤਰੀ 1 ਅਧਿਆਇ ਵਿੱਚ ਬਿਆਨ ਹੈ, ਕਹਿੰਦਾ ਜਿਹੜਾ ਇਨਸਾਨ ਮੰਨਦਾ ਨਹੀਂ ਆ ਉਹ ਕੀ ਮਾਰਦਾ ਹੈ, ਝੂਠ ਮਾਰਦਾ ਹੈ। ਸਭ ਝੂਠ ਮਾਰਦੇ ਆ, ਕਰਦੇ ਆ ਪਾਪ, ਪਰ ਪਾਪ ਨੂੰ ਛੁਪਾਉਣਾ ਚਾਹੁੰਦੇ ਆ ਤੇ ਪਾਪ ਉਦੋਂ ਜ਼ਾਹਰ ਹੁੰਦਾ ਹੈ ਜਦੋਂ ਸਾਡੇ ਸਾਹਮਣੇ ਉਹ ਪਾਪ ਅੱਗੇ ਤੜਫਣ ਲੱਗ ਪੈਂਦਾ ਹੈ। ਸਭ ਬੋਲਾਂਗੇ ਹਾਲੇਲੂਇਆ। ਜ਼ੋਰ ਨਾਲ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਜ਼ੋਰ ਨਾਲ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਕਹਿੰਦੇ ਮਾਂ ਪਿਓ ਦੀ ਬਦੀ ਕਿੰਨਾ ਅੱਗੇ ਆਉਂਦੀ ਹੈ, ਮਾਂ ਪਿਓ ਦੀ ਬਦੀ ਕਿੰਨਾ ਅੱਗੇ ਆਉਂਦੀ ਹੈ। ਮਾਂ ਪਿਓ ਤੇ ਬੜੀ ਕਹਿੰਦਾ ਹੋਵੇਗਾ ਮੈਂ ਤੇ ਕਿਰਤ ਬੜੀ ਕਰਦਾ ਆ, ਉਹ ਫਲਾਣੇ ਨੇ ਮੈਨੇ ਵਿਆਜੀ ਦਿੱਤੇ ਆ, ਵਿਆਜ ਇਕੱਠਾ ਕਰ ਲਵਾਂਗਾ। ਸੋਚਦਾ ਹੈ ਮੈਂ ਵਿਆਜ ਦੇ ਕੇ ਇੰਨੇ ਪੈਸੇ ਵਸੂਲ ਕਰ ਲਿਆ, ਮੈਂ ਆਪਣੇ ਬੱਚਿਆਂ ਲਈ ਬਹੁਤ ਕੁਝ ਜੋੜਿਆ ਹੈ, ਪਰ ਉਹਨੂੰ ਇਹ ਨਹੀਂ ਪਤਾ ਮਾਂ ਪਿਓ ਦੀ ਬਦੀ ਕਿੰਨਾ ਅੱਗੇ ਆਉਂਦੀ ਹੈ, ਬੱਚਿਆਂ ਅੱਗੇ ਆਉਂਦੀ ਹੈ। ਆਓ ਅਸੀਂ ਵਚਨ ਦੇ ਵਿੱਚ ਇੱਕ ਹਵਾਲਾ ਹੋਰ ਪੜ੍ਹਦੇ ਆ। ਵਚਨ ਸਾਨੂੰ ਕੀ ਬਿਆਨ ਕਰਦਾ ਹੈ? ਅਯੂਬ ਉਸ ਦਾ 21 ਅਧਿਆਇ ਉਸ ਦੀ 19 ਆਇਤ ਵਿੱਚੋਂ ਪੜ੍ਹਦੇ ਹਾਂ। ਵਚਨ ਸਾਨੂੰ ਕੀ ਦੱਸਦਾ ਹੈ? ਅਯੂਬ ਉਸ ਦਾ 21 ਅਧਿਆਇ ਉਸ ਦੀ 19 ਆਇਤ ਪੜ੍ਹਦੇ ਹਾਂ। ਮੇਰੇ ਸਾਰੇ ਬੁੱਕਲ ਦੇ ਯਾਰ ਮੈਥੋਂ ਫੂਕਦੇ ਹਨ। ਅਯੂਬ 21 ਅਧਿਆਇ ਉਸ ਦੀ 19 ਆਇਤ ਪੜ੍ਹਦੇ ਹਾਂ। ਅਯੂਬ ਜ਼ਬੂਰਾਂ ਦੇ ਪਿਛਲੀ ਸਾਈਡ ਤੇ ਬਦੀ ਨੂੰ ਹਾਂਜੀ ਦੁਬਾਰਾ ਪੜ੍ਹਦੇ ਹਾਂ, ਸਭਨਾਂ ਨੂੰ ਸਮਝ ਲੱਗਣੀ ਚਾਹੀਦੀ ਹੈ, ਇਸੇ ਕਰਕੇ ਹੌਲੀ ਹੌਲੀ ਪੜ੍ਹ ਰਹੇ ਹਾਂ। ਹਾਂਜੀ ਪੜ੍ਹਦੇ ਹਾਂ। ਪਰਮੇਸ਼ਰ ਉਹਦੀ ਬਦੀ ਨੂੰ, ਪਰਮੇਸ਼ਰ ਮਾਂ ਪਿਓ ਦੀ ਬਦੀ ਨੂੰ ਉਹਦੇ ਬੱਚਿਆਂ ਲਈ ਰੱਖ ਛੱਡਦਾ ਹੈ। ਹਾਂਜੀ ਕਿੰਨਾ ਲਈ ਰੱਖ ਛੱਡਦਾ ਹੈ? ਬੱਚਿਆਂ ਲਈ। ਹਾਂਜੀ ਹੋਰ ਨਾ ਬੋਲਾਂਗੇ ਕਿੰਨਾ ਲਈ ਰੱਖ ਛੱਡਦਾ ਹੈ? ਬੱਚਿਆਂ ਲਈ। ਕਿੰਨਾ ਲਈ ਰੱਖ ਛੱਡਦਾ ਹੈ? ਬੱਚਿਆਂ ਲਈ। ਮਾਂ ਪਿਓ ਦੀ ਬਦੀ ਕਿੰਨਾ ਲਈ ਰੱਖ ਛੱਡਦਾ ਹੈ? ਬੱਚਿਆਂ ਲਈ। ਕਿੰਨਾ ਲਈ ਰੱਖ ਛੱਡਦਾ ਹੈ? ਮੇਰੀਆਂ ਭੈਣਾਂ ਦੀ ਆਵਾਜ਼ ਘੱਟ ਹੈ, ਆਪੋ ਆਪਣੇ ਧਿਆਨ ਵਿੱਚ ਲੱਗੀਆਂ ਆਈਆਂ। ਮਾਂ ਪਿਓ ਦੀ ਬਦੀ ਕਿੰਨਾ ਅੱਗੇ ਰੱਖ ਛੱਡਦਾ ਹੈ? ਕਿੰਨਾ ਲਈ ਰੱਖ ਛੱਡਦਾ ਹੈ? ਬੱਚਿਆਂ ਵਾਲੇ ਸਭ ਬਹੁਤੇ ਜ਼ਿਆਦਾ ਬੱਚਿਆਂ ਵਾਲੇ ਬੈਠੇ ਆ, ਪਰ ਬੱਚਿਆਂ ਵਾਲਿਆਂ ਦੀ ਆਵਾਜ਼ ਘੱਟ ਆ। ਮਾਂ ਪਿਓ ਦੀ ਬਦੀ ਕਿੰਨਾ ਲਈ ਰੱਖ ਛੱਡਦਾ ਹੈ? ਮਾਂ ਪਿਓ ਦੀ ਬਦੀ ਕਿੰਨਾ ਲਈ ਰੱਖ ਛੱਡਦਾ ਹੈ? ਮਾਂ ਪਿਓ ਦੀ ਬਦੀ ਕਿੰਨਾ ਲਈ ਰੱਖ ਛੱਡਦਾ ਹੈ? ਇਸ ਕਰਕੇ ਮਾਂ ਪਿਓ ਦਾ ਫਰਜ਼ ਬਣਦਾ ਹੈ ਪਾਪ ਨੂੰ ਛੱਡ ਦਈਏ। ਮਾਂ ਪਿਓ ਦਾ ਫਰਜ਼ ਬਣਦਾ ਹੈ ਠੱਗੀ ਮਾਰਨੀ ਛੱਡ ਦਈਏ। ਮਾਂ ਪਿਓ ਦਾ ਫਰਜ਼ ਬਣਦਾ ਹੈ ਚੋਰੀ ਕਰਨੀ ਛੱਡ ਦਈਏ। ਮਾਂ ਪਿਓ ਦਾ ਫਰਜ਼ ਬਣਦਾ ਹੈ ਰਿਸ਼ਵਤ ਲੈਣੀ ਛੱਡ ਦਈਏ। ਮਾਂ ਪਿਓ ਦਾ ਫਰਜ਼ ਬਣਦਾ ਹੈ ਵਿਆਜ ਵਸੂਲਣਾ ਛੱਡ ਦਈਏ। ਸਭ ਲੰਗ ਹਾਲੇਲੂਇਆ, ਹਾਲੇਲੂਇਆ। ਅਸੀਂ ਪੜ੍ਹਦੇ ਹਾਂ, ਬੜੇ ਧਿਆਨ ਦੇ ਕੇ ਸੁਣਨਾ ਹੈ। ਪਰਮੇਸ਼ਰ ਉਹਦੀ ਬਦੀ ਨੂੰ, ਪਰਮੇਸ਼ਰ ਜਿਹੜਾ ਮਾਂ ਪਿਓ ਦੀ ਬਦੀ ਨੂੰ ਉਹਦੇ ਬੱਚਿਆਂ ਲਈ ਰੱਖ ਛੱਡਦਾ ਹੈ। ਉਹਨਾਂ ਦੇ ਬੱਚਿਆਂ ਲਈ ਰੱਖ ਛੱਡਦਾ ਹੈ। ਉਹ ਉਸ ਦਾ ਬਦਲਾ ਉਹਨੂੰ ਹੀ ਦੇਵੇ। ਉਹ ਉਸ ਨੂੰ ਉਹਨਾਂ ਦਾ ਬਦਲਾ ਦੇਵੇਗਾ ਭਈ ਉਹ ਜਾਣ ਲਵੇ। ਭਾਈ ਉਹ ਮਨੁੱਖ ਕੀ ਕਰ ਲਵੇ? ਮਨੁੱਖ ਜਿਹੜਾ ਜਾਣ ਲਵੇ। ਕਹਿੰਦਾ ਮਾਂ ਪਿਓ ਦੀ ਬਦੀ ਜਿਹੜੀ ਬੱਚਿਆਂ ਗਿਆ ਮਨੁੱਖ ਚੰਗੀ ਤਰ੍ਹਾਂ ਜਾਣ ਲਵੇ ਭਾਈ ਕਹਿੰਦਾ ਮੈਂ ਬਦਲਾ ਕਦੀ ਵੀ ਛੱਡਦਾ, ਕਹਿੰਦਾ ਮੈਂ ਬਦਲਾ ਕਦੀ ਵੀ ਛੱਡਦਾ ਨਹੀਂ ਛੱਡਦਾ। ਵਚਨ ਸਾਨੂੰ ਐਸੇ ਸਮਝਾਉਣਾ ਕਰਦਾ ਹੈ, ਵਚਨ ਸਾਨੂੰ ਦੱਸਦਾ ਹੈ, ਕਹਿੰਦਾ ਹੈ ਭਾਈ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਨਹੀਂ ਉਠਾਉਣਾ। ਆਓ ਅਸੀਂ ਪੜ੍ਹ ਕੇ ਵੇਖਦੇ ਹਾਂ। ਕੂਚ ਉਸ ਦਾ 23 ਅਧਿਆਇ ਉਸ ਦੀ 8 ਆਇਤ ਪੜ੍ਹਦੇ ਹਾਂ। ਵਚਨ ਸਾਨੂੰ ਕੀ ਸਮਝਾਉਣਾ ਕਰਦਾ ਹੈ? ਕੂਚ ਉਸ ਦਾ 23 ਅਧਿਆਇ ਉਸ ਦੀ 8 ਆਇਤ ਪੜ੍ਹਦੇ ਹਾਂ। ਵਚਨ ਕੀ ਦੱਸਦਾ ਹੈ ਸਾਨੂੰ? ਤੂੰ ਵੱਡੀ ਨਾ ਖਾ। ਹਾਂਜੀ ਤੂੰ ਵੱਡੀ ਨਾ। ਹਾਂਜੀ ਮੇਰੇ ਵੀਰ ਬੜੇ ਧਿਆਨ ਦੇ ਕੇ ਸੁਣਨਾ। ਜੇਕਰ ਕੋਈ ਕਵੇ ਨਾ 20 ਰੁਪਏ ਵੱਧ ਲੈਣਾ ਤੇ ਸਾਡਾ ਕੰਮ ਪਹਿਲੇ ਕਰ ਦੋ ਤੇ ਇਹ ਕੰਮ ਕਰਨਾ, ਆਖਣਾ ਲੈਣ ਸਿਰ ਤੇ ਲੱਗੇ ਆਓ, ਜੋ ਤੁਹਾਡਾ ਹੱਕ ਬਣਦਾ ਹੈ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਕੀਤਾ ਜਾਵੇਗਾ। ਕਹਿੰਦਾ ਵੱਡੀ ਨਾ ਲਓ। ਪਰਮੇਸ਼ਰ ਦਾ ਵਚਨ ਸਮਝਾਉਣਾ ਕਰਦਾ ਕਹਿੰਦਾ ਪਾਪ ਹੈ। ਹਾਂਜੀ ਦੁਬਾਰਾ ਪੜ੍ਹਦੇ ਹਾਂ। ਤੂੰ ਵੱਡੀ ਨਾ ਖਾ। ਕਹਿੰਦਾ ਤੂੰ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾ, ਤੂੰ ਵੱਡੀ ਨਾ ਖਾ। ਕਿਉਂ ਜੋ ਵੱਡੀ ਤੇਜ਼ ਨਿਗਾਹ ਵਾਲੇ ਨੂੰ ਨਾ ਕਰ ਦਿੰਦੀ ਹੈ। ਕਹਿੰਦਾ ਪਹਿਲੀ ਗੱਲ ਜਦੋਂ ਤੂੰ ਵੱਡੀ ਖਾਣੀ ਚਾਲੂ ਕਰ ਦਿੱਤੀ ਨਾ ਤੇ ਇੱਕ ਗੱਲ ਦਾ ਧਿਆਨ ਰੱਖਿਓ, ਉਹ ਬੰਦੇ ਨੂੰ ਐਨਕਾਂ ਲੱਗ ਜਾਣਗੀਆਂ।
ਉਹਦੀ ਨਿਗਾਹ ਕੀ ਹੋ ਜਾਵੇਗੀ? ਹਾਂਜੀ, ਨਿਸ਼ਾਨੀਆਂ ਨਿਸ਼ਾਨੀਆਂ ਵਚਨ ਬਿਆਨ ਕਰਦਾ ਦੀਆਂ ਨਿਸ਼ਾਨੀਆਂ। ਕਹਿੰਦਾ ਜਿਹੜਾ ਬੰਦਾ ਰਿਸ਼ਵਤ ਖੋਰਾ ਹੋਵੇਗਾ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਵੇਗਾ, ਕਹਿੰਦਾ ਉਹਦੀ ਨਿਸ਼ਾਨੀ ਵੇਖੀ ਉਹਨੂੰ ਕੀ ਲੱਗ ਜਾਵੇਗੀ? ਉਹਦੀ ਕੀ ਘਟ ਜਾਵੇਗੀ? ਕਹਿੰਦੀ ਜਦੋਂ ਨਿਗਾਹ ਗਈ ਤੇ ਉਹਦਾ ਕੀ ਗਿਆ? ਸਾਰਾ ਹੀ। ਹਾਂਜੀ, ਨਿਗਾਹ ਗਈ ਤੇ ਸਾਰਾ ਕੀ ਗਿਆ? ਉਹਦਾ ਤੇ ਜਹਾਨ ਚਲੇ ਗਿਆ। ਪਰ ਰਿਸ਼ਵਤ ਤੇ ਘਰ ਲੈ ਜਾਂਦੀ ਨਾ, ਰਿਸ਼ਵਤ ਤੇ ਘਰ ਆ ਗਈ ਆ ਕਿ ਨਹੀਂ? ਨਿਸ਼ਾਨੀਆਂ, ਪਰਮੇਸ਼ਰ ਨਿਸ਼ਾਨੀਆਂ ਦਿੰਦਾ ਕੁਝ। ਕਹਿੰਦਾ ਜਿਹੜਾ ਇਨਸਾਨ ਵੱਡੀ ਖਾਂਦਾ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ, ਕਹਿੰਦਾ ਉਹਦੇ ਲਈ ਇੱਕ ਨਿਸ਼ਾਨੀ ਹੈ, ਉਹ ਅੰਨਾ ਹੋਵੇਗਾ, ਉਹਦੀ ਨਿਗਾਹ ਘੱਟ ਹੋਵੇਗੀ। ਤੇ ਜੇਕਰ ਵੱਡੀ ਖਾਵਾਂਗੇ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਵਾਂਗੇ, ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਫਲਾਣੇ ਨੂੰ ਕੀ ਹੋ ਗਿਆ। ਤੇ ਜਵਾਨੀ ਵਿੱਚ ਹੀ ਉਹਨੂੰ ਕੀ ਲੱਗ ਜਾਏਗੀ? ਜਵਾਨੀ ਵਿੱਚ ਕੀ ਲੱਗ ਜਾਏਗੀ? ਤੇ ਮਾਫ ਕਰਨਾ, ਕਈ ਲੋਕ ਕਹਿੰਦੇ ਆ ਜਵਾਨੀ ਵਿੱਚ ਬੱਚਿਆਂ ਨੂੰ ਵੀ ਐਨਕ ਲੱਗ ਗਈ ਆ, ਉਹ ਵੀ ਮਾਂ ਪਿਓ ਦਾ ਪਾਪ ਹੈ, ਉਹ ਵੀ ਮਾਂ ਪਿਓ ਦਾ ਪਾਪ ਹੈ। ਉਸ ਤੋਂ ਕੱਲ ਨਹੀਂ ਜਾਵਾਂਗਾ, ਬਾਅਦ ਵਿੱਚ ਪੁੱਛ ਸਕਦੇ ਜੇ ਕਿੱਥੇ ਲਿਖਿਆ ਹੈ। ਉਸ ਬੱਚੇ ਨੂੰ ਪਹਿਲਾਂ ਤਾਪ ਚੜੇਗਾ, ਤਾਪ ਦੇ ਨਾਲ ਉਹਦੀ ਵੀ ਘਟ ਜਾਵੇਗੀ ਨਿਸ਼ਾਨੀ। ਸਭ ਨਿਸ਼ਾਨੀਆਂ ਵੀ ਦੱਸੀਆਂ ਜਾਣੀਆਂ। ਸਭ ਲੋਕ ਹਾਲੇਲੂਇਆ ਹਾਲੇਲੂਇਆ, ਜ਼ੋਰ ਨਾਲ ਬੋਲਾਂਗੇ ਸੱਚ ਹੈ। ਹਾਲੇਲੂਇਆ ਹਾਲੇਲੂਇਆ, ਸੱਚ ਹੈ। ਜ਼ੋਰ ਨਾਲ ਬੋਲਾਂਗੇ ਹਾਲੇਲੂਇਆ 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 ਹਾਲੇਲੂਇਆ। ਹਾਂਜੀ, ਪੜ੍ਹਦੇ ਹਾਂ ਦੁਬਾਰਾ ਅਸੀਂ ਆਪ ਨੂੰ ਪੜ੍ਹਦੇ ਹਾਂ। ਤੂੰ ਵੱਡੀ ਨਾ ਖਾ, ਤੂੰ ਪਹਿਲੀ ਗੱਲ ਹੈ ਵੱਡੀ ਨਾ ਖਾ, ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾ। ਕਿਉਂ ਜੋ ਵੱਡੀ ਤੇਜ਼ ਨਿਗਾਹ ਵਾਲੇ ਨੂੰ ਅੰਨਾ ਕਰ ਦਿੰਦੀ ਹੈ। ਤੇਜ਼ ਨਿਗਾਹ ਵਾਲੇ ਨੂੰ ਕੀ ਕਰ ਦਿੰਦੀ ਹੈ? ਪਹਿਲਾਂ ਕਹੇਗਾ ਉਹ ਫਲਾਣਿਆ ਮੈਂ ਤੇ ਇੱਥੋਂ ਇੰਨੀ ਦੂਰ ਤੱਕ ਵੇਖ ਲੈਂਦਾ ਆ, ਤੇ ਜਦੋਂ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣ ਲੱਗ ਪੈਂਦਾ ਹੈ, ਜ਼ਿੰਦਗੀ ਦੇ ਅੰਦਰ ਪਾਪ ਕਰਨੇ ਚਾਲੂ ਕਰ ਦਿੰਦਾ ਹੈ। ਔਰ ਜਦ ਹਉਮਾ ਉਸਦੀ ਵੱਧਦੀ ਹੈ, ਜਦ ਹਉਮਾ ਵੱਧਦੀ ਹੈ, ਉਹਦੇ ਵਧਣ ਦੇ ਕਾਰਨ ਉਹਦੀ ਤੇਜ਼ ਨਿਗਾਹ ਜਿਹੜੀ ਹੈ ਉਹ ਘਟਣੀ ਚਾਲੂ ਹੋ ਜਾਂਦੀ ਹੈ। ਕਹਿੰਦਾ ਉਹ ਕੀ ਹੋ ਜਾਂਦਾ? ਹੌਲੀ ਹੌਲੀ ਕੀ ਹੋ ਜਾਂਦਾ ਹੈ? ਅੰਨਾ ਹੋ ਜਾਂਦਾ ਹੈ। ਉਹਦੀਆਂ ਨਿਸ਼ਾਨੀਆਂ ਨੇ, ਤੇ ਨਿਸ਼ਾਨੀਆਂ ਤੁਸੀਂ ਬੜੇ ਧਿਆਨ ਦੇ ਕੇ ਸੁਣੀਆਂ, ਤੇ ਸਭਨਾਂ ਨੇ ਇਹ ਆਪਣੀ ਜ਼ਿੰਦਗੀ ਦੇ ਅੰਦਰ ਪਾਪ ਲੈ ਕੇ ਆਉਣਾ। ਕੋਈ ਨਹੀਂ ਚਾਹੁੰਦਾ ਮੇਰੀ ਨਿਗਾਹ ਚਲੇ ਜਾਵੇ, ਕੋਈ ਚਾਹੁੰਦਾ ਹੈ? ਕੋਈ ਨਹੀਂ ਚਾਹੁੰਦਾ। ਹਾਂਜੀ, ਦੁਬਾਰਾ ਅਸੀਂ ਆਪ ਨੂੰ ਪੜ੍ਹਦੇ ਹਾਂ। ਤੂੰ ਵੱਡੀ ਨਾ ਖਾ, ਕਹਿੰਦਾ ਤੂੰ ਵੱਡੀ ਨਾ ਖਾ, ਕਿਉਂ ਜੋ ਵੱਡੀ ਤੇਜ਼ ਨਿਗਾਹ ਵਾਲੇ ਨੂੰ, ਕਿਉਂ ਜੋ ਵੱਡੀ ਜਿਹੜੀ ਹੈ ਕਹਿੰਦਾ ਤੇਜ਼ ਨਿਗਾਹ ਵਾਲੇ ਨੂੰ ਅੰਨ੍ਹਿਆ ਕਰਕੇ ਰੱਖ ਦਿੰਦੀ ਹੈ, ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। ਕਹਿੰਦਾ ਧਰਮ ਦੀ ਗੱਲ ਨਹੀਂ ਉਹਦੇ ਵਿੱਚ ਹੁੰਦੀ, ਧਰਮ ਦੀਆਂ ਗੱਲਾਂ ਨੂੰ ਉਲਟ ਦੱਸਦੀ ਹੈ। ਕਹਿੰਦਾ ਉਹ ਧਰਮ ਦੀ ਗੱਲ ਨਹੀਂ ਉਹਦੇ ਵਿੱਚ, ਉਹ ਧਰਮ ਦੀਆਂ ਗੱਲਾਂ ਨੂੰ ਉਲਟ ਕਰਕੇ ਦੱਸਦੀ ਹੈ। ਕਹਿੰਦਾ ਜੇਕਰ ਥੋੜਾ ਥੋੜਾ ਨਾ ਲਈਏ ਤੇ ਕਹਿੰਦਾ ਸਾਡੇ ਘਰ ਦਾ ਗੁਜ਼ਾਰਾ ਹੁੰਦਾ। ਉਹ ਬੜੇ ਆਪਣੇ ਢੰਗ ਦੇ ਨਾਲ ਕਿਸੇ ਨੂੰ ਸਮਝਾਉਂਦਾ ਹੈ। ਜਿਹੜਾ ਇਨਸਾਨ ਵੱਢੀ ਲੈਂਦਾ ਹੈ, ਕਹਿੰਦਾ ਇਹ ਧਰਮ ਦੀ ਗੱਲ ਨਹੀਂ ਆ, ਕਹਿੰਦਾ ਇੱਕ ਧਰਮ ਦੀ ਗੱਲ ਹੈ। ਕਹਿੰਦਾ ਇਹ ਤੇਜ਼ ਨਿਗਾਹ ਵਾਲੇ ਨੂੰ ਵੀ ਕੀ ਕਰ ਦਿੰਦੀ ਹੈ? ਅੰਨ੍ਹਿਆ ਕਰਕੇ ਰੱਖ ਦਿੰਦੀ ਹੈ। ਕਹਿੰਦਾ ਮਾਇਆ ਦਾ ਲੋਭ ਹੀ ਐਸਾ ਹੈ, ਵਚਨ ਬਿਆਨ ਕਰਦਾ ਹੈ, ਮਾਇਆ ਦਾ ਲੋਭ ਅਨੇਕ ਪ੍ਰਕਾਰ ਬੁਰਾਈ ਦੀ ਜੜ ਹੈ। ਕਈ ਲੋਕ ਇਸ ਨੂੰ ਲੋਚਦਿਆਂ ਨੇਚਾ ਦੇ ਰਾਹ ਤੇ ਕੀ ਹੋ ਗਏ ਆ? ਡਿੱਗ ਗਏ ਆ। ਸਭ ਲੋਕ ਹਾਲੇਲੂਇਆ ਹਾਲੇਲੂਇਆ, ਨੇਚਾ ਦੇ ਰਾਹ ਤੋਂ ਡਿੱਗ ਗਏ ਆ। ਕਹਿੰਦਾ ਇਹ ਕੰਮ ਨਾ ਕਰ। ਨੰਬਰ 2 ਕਿਹੜਾ ਹੈ? ਆਓ ਵਚਨ ਦੇ ਵਿੱਚ ਅੱਗੇ ਵੱਧਦੇ ਹਾਂ। ਲੇਵੀਆ ਦਾ ਗ੍ਰੰਥ ਉਸ ਦਾ 25 ਅਧਿਆਏ ਉਸ ਦੀ 37 ਆਇਤ ਵਿੱਚੋਂ ਵੇਖਾਂਗੇ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ। ਲੇਵੀਆ ਦਾ ਗ੍ਰੰਥ ਉਸ ਦਾ 25 ਅਧਿਆਏ ਉਸ ਦੀ 37 ਆਇਤ ਦੇ ਵਿੱਚੋਂ ਪੜ੍ਹਦੇ ਹਾਂ। ਵਚਨ ਕੀ ਦੱਸਦਾ ਹੈ? ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇਵੀਂ। ਹਾਂਜੀ, ਸਭ ਲੋਕ ਹਾਲੇਲੂਇਆ ਹਾਲੇਲੂਇਆ। ਅੱਜ ਬੜੇ ਧਿਆਨ ਦੇ ਕੇ ਤਾਂ ਕਰਕੇ ਆਇਤਾਂ ਦਿੰਦੇ ਆ। ਕਹਿੰਦਾ ਕਿਸੇ ਨੂੰ ਵਿਆਜ ਤੇ ਪੈਸਾ, ਹਾਂਜੀ ਬੜੇ ਧਿਆਨ ਦੇ ਕੇ ਬੋਲਾਂਗੇ, ਕਿਸੇ ਨੂੰ ਵਿਆਜ ਤੇ ਪੈਸਾ। ਤੇ ਕਈ ਤੇ ਲੋਕ ਕਹਿ ਦਿੰਦੇ ਕਿ ਵਿਆਜੀ ਨਾ ਦਈਏ ਤੇ ਕੋਈ ਮੋੜ ਦੇ। ਹਾਂਜੀ, ਮੋੜ ਦੇ। ਪਰ ਇਮਾਨਦਾਰੀ ਹੈ, ਇਮਾਨਦਾਰੀ ਵਰਤੀਏ ਤੇ ਇਮਾਨਦਾਰੀ ਹੀ ਅੱਗੇ ਆਉਂਦੀ ਹੈ। ਕਹਿੰਦਾ ਕਿਸੇ ਨੂੰ ਕੋਈ ਚੀਜ਼ ਵਿਆਜ ਤੇ ਨਾ ਦੇ, ਕਹਿੰਦਾ ਕਿਸੇ ਨੂੰ ਵਿਆਜ ਤੇ ਕੁਝ ਨਾ ਦੇ। ਕਹਿੰਦਾ ਵੇਖ ਜਿਹੜੇ ਲੋਕ ਮਜਬੂਰੀ ਦਾ ਫਾਇਦਾ ਉਠਾਉਂਦੇ ਆ, ਵੱਡੀਆਂ ਖਾਂਦੇ ਆ, ਠੱਗੀਆਂ ਮਾਰਦੇ ਆਪਣੇ ਬੱਚਿਆਂ ਲਈ,
ਚੋਰੀਆਂ ਕਰਦੇ ਆਪਣੇ ਬੱਚਿਆਂ ਦੇ ਲਈ, ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਆਪਣੇ ਬੱਚਿਆਂ ਦੇ ਲਈ, ਵਿਆਜ ਨੂੰ ਵਸੂਲ ਕਰਦੇ ਆ ਆਪਣੇ ਬੱਚਿਆਂ ਦੇ ਲਈ। ਕਹਿੰਦਾ ਇਹ ਪਾਪ ਹੈ, ਕਹਿੰਦਾ ਇਹ ਪਾਪ ਨਾ ਕਰ, ਕਿਉਂਕਿ ਪਾਪ ਦੀ ਮਜ਼ਦੂਰੀ ਕੀ ਹੈ? ਪਾਪ ਦੀ ਮਜ਼ਦੂਰੀ ਕੀ ਹੈ? ਮੌਤ ਹੈ। ਅੱਜ ਦੁਬਾਰਾ ਪੜ੍ਹਦੇ ਨੇ 37 ਦੇ, ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇ। ਕਹਿੰਦਾ ਤੇ ਕਿਸੇ ਨੂੰ ਵੀ ਵਿਆਜੀ ਪੈਸਾ ਕੋਈ ਵੀ ਚੀਜ਼ ਵਿਆਜ ਤੇ ਨਾ ਦੇ, ਨਾ ਖੱਟੀ ਖੱਟ ਕੇ ਉਸ ਨੂੰ ਭੋਜਨ ਖਵਾਵੀਂ। ਕਹਿੰਦਾ ਜਦੋਂ ਵਿਆਜ ਜਿਹੜਾ ਵਸੂਲ ਕਰ ਲੈਂਦਾ, ਜਦੋਂ ਇਨਸਾਨ ਵਿਆਜ ਨੂੰ ਵਸੂਲ ਕਰ ਲੈਂਦਾ ਹੈ, ਬੜੇ ਚੌਂਕਾਂ ਤੇ ਬਾਜ਼ਾਰਾਂ ਦੇ ਵਿੱਚ ਲੰਗਰ ਲਾਵੇਗਾ, ਕਹੇਗਾ ਮੇਰੇ ਵਰਗਾ ਸਰਮਾਇਆਦਾਰ ਕੋਈ ਹੈਗਾ? ਉਹ ਆਪਣੇ ਆਪ ਨੂੰ ਵਿਖਾਉਂਦਾ ਹੈ, ਕਿਉਂਕਿ ਕਿਸੇ ਗਰੀਬ ਦਾ ਕਮਾਇਆ ਹੋਇਆ ਧਨ, ਕਿਸੇ ਗਰੀਬ ਕੋ ਇਕੱਠਾ ਕੀਤਾ ਹੋਇਆ ਧਨ ਉਹ ਉਹਦੇ ਬੱਚਿਆਂ ਲਈ ਯਾਰ ਬਣ ਜਾਂਦਾ ਹੈ। ਪਰ ਉਹ ਗੱਲਾਂ ਸੋਚਦਾ ਹੈ, ਕਹਿੰਦਾ ਜਿਹੜਾ ਮੈਂ ਇਕੱਠਾ ਕੀਤਾ ਹੈ ਭਈ ਆਓ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਰਲ ਕੇ, ਕਹਿੰਦਾ ਹੈ ਆਓ ਫਲਾਣੇ ਬਾਜ਼ਾਰ ਵਿੱਚ ਕੀ ਲਾ ਲਈਏ, ਲੰਗਰ ਲਾ ਲਈਏ, ਔਰ ਕਿਸੇ ਬਾਜ਼ਾਰ ਵਿੱਚ ਕਈਆਂ ਪ੍ਰਕਾਰ ਦੇ ਪਦਾਰਥ ਰਿੰਨ ਕੇ ਖਵਾਉਂਦੇ ਆ। ਤੇ ਪਰਮੇਸ਼ਰ ਦਾ ਵਚਨ ਬਿਆਨ ਕਰਦਾ, ਕਹਿੰਦਾ ਉਹ ਪਕਾਏ ਹੋਏ ਲੰਗਰ ਪਰਮੇਸ਼ਰ ਕਦੇ ਵੀ ਪ੍ਰਵਾਨ ਕਰਦਾ, ਉਹ ਕਦੇ ਵੀ ਲੰਗਰ ਪ੍ਰਵਾਨ ਕਰਦਾ। ਜਿਸ ਕਿਸੇ ਨੇ ਵਿਆਜ ਦੇ ਕੇ, ਵਿਆਜ ਨੂੰ ਵਸੂਲ ਕੇ ਪੈਸਾ ਇਕੱਠਾ ਕੀਤਾ ਹੋਵੇ, ਉਹ ਭਾਵੇਂ ਬਾਜ਼ਾਰਾਂ ਦੇ ਵਿੱਚ ਲੰਗਰ ਵੀ ਲਾਵੇ, ਭਾਵੇਂ ਕਈਆਂ ਨੂੰ ਦਾਨ ਪੁੰਨ ਵੀ ਕਰੇ, ਉਹਦਾ ਦਾਨ ਪੁੰਨ ਕੀਤਾ ਹੋਇਆ ਨਿਛ ਫਲ ਜਾਵੇਗਾ। ਔਰ ਜੇਕਰ ਲਾਏ ਹੋਏ ਬਾਜ਼ਾਰਾਂ ਦੇ ਵਿੱਚ ਲੰਗਰ, ਉਹ ਵੀ ਨਿਛ ਫਲ ਚਲੇ ਜਾਣਗੇ, ਕਿਉਂਕਿ ਉਹਨੇ ਖੂਨ ਦੀ ਕਮਾਈ ਕੀਤੀ ਹੈ, ਕੋਈ ਵੀ ਨੇਕ ਕਮਾਈ ਕੀਤੀ। ਕਹਿੰਦਾ ਲੰਗਰ ਵੀ ਲਾਵੇ, ਪਰ ਕਹਿੰਦਾ ਮੈਂ ਲੰਗਰ ਨੂੰ ਪ੍ਰਵਾਨ ਨਾ ਕਰਾਂਗਾ। ਜੇਕਰ ਸਾਡਾ ਲੰਗਰ ਨਹੀਂ ਪ੍ਰਵਾਨ ਹੋਣਾ, ਦਿੱਤਾ ਹੋਇਆ ਦਾਨ ਨਹੀਂ ਪ੍ਰਵਾਨ ਹੋਣਾ, ਕੀਤੀ ਹੋਈ ਕਿਰਤ ਨਹੀਂ ਸਾਡੀ ਪ੍ਰਵਾਨ ਹੋਣੀ, ਤੇ ਸਾਨੂੰ ਕਦੇ ਵੀ ਇਹੋ ਜਿਹੀ ਹੇਰਾਫੇਰੀ ਤੇ ਪਾਪ ਕਰਨੇ ਚਾਹੀਦੇ, ਸਾਨੂੰ ਕਦੇ ਵੀ ਇਹੋ ਜਿਹੀ ਹੇਰਾਫੇਰੀ ਤੇ ਪਾਪ ਕਰਨੇ ਚਾਹੀਦੇ ਨਹੀਂ ਕਰਨੇ ਚਾਹੀਦੇ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ, ਹੋਰ ਨਾ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਦੁਬਾਰਾ ਇਸ ਆਇਤ ਨੂੰ ਪੜ੍ਹਦੇ ਹਾਂ, ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇਵੀਂ। ਤੂੰ ਕਹਿੰਦਾ ਕੋਈ ਵੀ ਇਹੋ ਜਿਹੀ ਚੀਜ਼ ਕਿਸੇ ਨੂੰ ਵਿਆਜ ਤੇ ਨਾ ਦੇ, ਨਾ ਖੱਟੀ ਖੱਟ ਕੇ ਉਸ ਨੂੰ ਭੋਜਨ ਨਾ ਉਸ ਦੀ ਖੱਟੀ ਖੱਟ ਕੇ ਤੇ ਫਿਰ ਭੋਜਨ ਖਵਾਉਣਾ ਆ। ਸੱਚਾ ਨਾ ਰੱਬ ਦੇ ਕੋਲ ਇਨਸਾਨ ਕੀ ਹੁੰਦਾ ਹੈ? ਸੱਚਾ ਹੁੰਦਾ ਹੈ। ਤੇ ਫਲਾਣੇ ਨਗਰ ਵਾਲੇ ਵੀ ਉਹਨੂੰ ਕਹਿਣਗੇ, ਉਹ ਲਵੀ ਫਲਾਣੇ ਨੇ ਲੰਗਰ ਲਾਇਆ, ਬੱਲੇ ਬੱਲੇ ਬਹਿ ਜਾ ਕੀ ਕਰਦੀ ਆ, ਕਰਾਤੀ ਆ, ਉਹ ਫਲਾਣੇ ਨੇ ਬਹਿ ਜਾ ਕਰਾਤੀ ਆ। ਕਈ ਪ੍ਰਕਾਰ ਦੇ ਪਦਾਰਥ ਵੇਖਦੇ ਆ, ਖਾਣ ਨੂੰ ਮਿਲਦੇ ਆ, ਪਰ ਜਦ ਉਹਦੀ ਆਪਾਂ ਪਿੱਛੇ ਧਿਆਨ ਮਾਰਦੇ ਆ ਭਈ ਇਹਨੇ ਧਨ ਜਿਹੜਾ ਕਿਸ ਪ੍ਰਕਾਰ ਦੇ ਨਾਲ ਇਕੱਠਾ ਕੀਤਾ ਸੀ, ਇਹ ਕਿਸ ਤਰ੍ਹਾਂ ਦਾ ਧਨ ਸੀ ਜਿਹਦੇ ਨਾਲ ਇਹਨੇ ਇਹ ਲੰਗਰ ਲਾਇਆ ਹੈ। ਜੇਕਰ ਉਹਨੇ ਪਾਪ ਦੇ ਨਾਲ ਲੰਗਰ ਲਾਇਆ ਹੈ ਤੇ ਉਹਦਾ ਲਾਇਆ ਹੋਇਆ ਲੰਗਰ ਕਦੇ ਵੀ ਪ੍ਰਵਾਨ ਹੋ ਸਕਦਾ, ਉਹਦਾ ਦਿੱਤਾ ਹੋਇਆ ਦਾਨ ਕਦੇ ਵੀ ਪ੍ਰਵਾਨ ਹੋ ਸਕਦਾ ਨਹੀਂ ਹੋ ਸਕਦਾ। ਇਸ ਕਰਕੇ ਨੇਕ ਕਮਾਈ ਕਰੀਏ ਤੇ ਚੰਗੀ ਕਮਾਈ ਕਰੀਏ। ਜੇਕਰ ਚੰਗੀ ਕਰਦੇ ਆ, ਥੋੜੀ ਵੀ ਕਰਦੇ ਆ, ਤੇ ਪਰਮੇਸ਼ਰ ਥੋੜੀ ਵਿੱਚ ਵੀ ਬਰਕਤ ਦਿੰਦਾ ਹੈ। ਸਭ ਲਗਾ ਹਾਲੇਲੂਇਆ, ਥੋੜੀ ਵਿੱਚ ਵੀ ਬਰਕਤ ਦੇ ਦਿੰਦਾ ਹੈ। ਜਦ ਇਨਸਾਨ ਈਮਾਨਦਾਰੀ ਦੇ ਨਾਲ ਕਰਦਾ ਹੈ ਤੇ ਪਰਮੇਸ਼ਰ ਥੋੜੇ ਵਿੱਚ ਵੀ ਬਰਕਤ ਦਿੰਦਾ ਹੈ। ਯਸ਼ਾਇਆ ਦੇ ਵਿੱਚ ਦੱਸਿਆ ਗਿਆ ਹੈ, ਕਹਿੰਦਾ ਤੂੰ ਬਹੁਤੇ ਝਗੜੇ ਨਾਲੋਂ ਤੇ ਕਹਿੰਦਾ ਰੁੱਖੀ ਖਾ ਲੈਣੇ ਤੇ ਉਹ ਵੀ ਤੇਰੇ ਵਾਸਤੇ ਕੀ ਆ, ਉਹ ਵੀ ਤੇਰੇ ਵਾਸਤੇ ਚੰਗੀ ਆ। ਝਗੜਾ ਕਰਕੇ ਪਾਪ ਨਾਲ ਇਕੱਠਾ ਕਰਕੇ ਜੇਕਰ ਕਵੇਂ ਮੈਂ ਚੋਪੜੀਆਂ ਖਾਣੀਆਂ, ਉਹ ਵੀ ਚੋਪੜੀ ਤੇਰੀ ਹਿੱਕ ਤੇ ਜੰਮ। ਕਹਿੰਦਾ ਪਾਪ ਨਾਲ ਕੀਤਾ ਹੋਇਆ ਇਕੱਠਾ ਪੈਸਾ, ਜੇਕਰ ਉਹਦੇ ਨਾਲ ਚੋਪੜੇ ਪਰੌਂਠੇ ਖਾਣਾ ਆ, ਜੇਕਰ ਤਲ ਕੇ ਚੀਜ਼ਾਂ ਖਾਣਾ ਆ, ਵੇਖ ਤੂੰ ਤੇ ਮਰਨਾ ਹੀ ਮਰਨਾ ਆ, ਬੱਚਿਆਂ ਲਈ ਜ਼ਹਿਰ ਬੀਜ ਕੇ ਜਾਣਾ ਆ। ਕਹਿੰਦਾ ਪਰ ਵੇਖ ਤੂੰ ਆਪਣੀਆਂ ਅੱਖੀਆਂ ਦੇ ਸਾਹਮਣੇ ਵੀ ਕਈ ਪਾਪ ਵੇਖੇਗਾ। ਕਹਿੰਦਾ ਆਪਣੇ ਬੱਚਿਆਂ ਦੀ ਬਰਬਾਦੀ ਅੱਖਾਂ ਦੇ ਨਾਲ ਕੀ ਕਰੇਗਾ? ਅੱਖਾਂ ਦੇ ਨਾਲ ਵੀ ਕਈਆਂ ਨੂੰ ਵੇਖਣੀ ਪੈਂਦੀ ਹੈ। ਮਾਫ ਕਰਨਾ, ਕੁਝ ਸੱਚਾਈਆਂ ਨੇ, ਕਈ ਬਜ਼ੁਰਗ ਹਜੇ ਵੀ ਅੜੇ ਆ, ਪਰ ਉਹਨਾਂ ਦੇ ਸਾਹਮਣੇ ਉਹਨਾਂ ਦੀ ਔਲਾਦ ਮਰਦੀ, ਉਹਨਾਂ ਦੇ ਸਾਹਮਣੇ ਮਰਦੀ। ਕਾਰਨ ਕੀ ਆ? ਜ਼ਿੰਦਗੀ 'ਚ ਪਾਪ ਹੈ। ਇਹ ਨਹੀਂ ਕੱਲਾ ਇਹੋ ਹੀ ਪਾਪ ਕਰਦੇ ਆ। ਵਿਆਜੀ ਅਸੀਂ ਕਿਹੜਾ ਪੈਸਾ ਦਿੰਦੇ ਆ, ਜਾਂ ਅਸੀਂ ਕਿਹੜੀ ਠੱਗੀ ਮਾਰਦੇ ਆ,
मैं पहले भी वचन के दस चुका हाँ बहुते लोग वचन के मुताबिक की मारते आ झूठ मारते आ वचन दसदा आ उन्होंने गल पूछी जाए तो की मारते आ कहणगे संत प्यारे इन्हां हत्थां नाल ते कोई भी पाप कीता ते जिहड़ी चोरी करके लैके आए जो बाहरों डाका मार के वो किन्ना ने लियांदा हाँ जी वो किन्ना ने लियांदा तुहाडा फलाना कोई काम नहीं बनता लिया मैनूं दे 5-10 हज़ार रुपया मैं तेरा काम तो फटाफट करा देंगा वो किन्ने कीता हाँ जी किसी की मजबूरी का फायदा किन्ने उठाया इन्हां हत्थां ने ना ते जेकर इन्हां हत्थां ने उठाया है ते इन्हां अखां ने उठाया है ते इन्हां अखां दे नाल बच्चों की बर्बादी भी वेखनी पैंदी है। सब बोलेंगे हालेलुया हालेलुया जोर ना बोलेंगे हालेलुया हालेलुया जेडे सौंगे नहीं जोर ना बोलेंगे हालेलुया मैं कहा जेडे सौंगे आ ते जेडे जागदे आ दोवें बाहां खड़ियां करके बोलणगे हालेलुया हालेलुया जिन्हां दीयां बाहां दो आ दोवें खड़ियां करनगे बोलणगे हालेलुया बोलेंगे हालेलुया बोलेंगे हालेलुया धन्यवाद है। पहला नंबर से अपने बच्चों के लिए चोरी करके कोई भी पैसा इकट्ठा करना तो नंबर 2 की सी वीरां वालों आवाज आएगी नंबर 2 की सी हाँ जी ठगी मार के अपने बच्चों की जहर बीजना तो नंबर 3 की सी हाँ जी ब्याजी पैसे नहीं देने तो नंबर 4 की सी हाँ जी किसी की मजबूरी का फायदा नहीं उठाना थोड़ा करोगे ईमानदारी के नाल करोगे परमेश्वर तुहाडियां जरूरतों को पूरा करेगा। एक राजा होया है राजे की मैं उदाहरण देने लगा हाँ उस राजे की सारी हिस्टरी नूं तुसीं घर जाके पढ़ना है। पहला राजा उसका 21 अध्याय उसकी 1 ऐप तो लैके 29 ऐप तक पढ़ना है तुसीं घर जाके इत्थे भी पढ़िया जाएगा इत्थे पढ़िया जाएगा 28 और 29 ऐप पढ़नी है। इस सारा जिक्र कट के दसन लगा हाँ मां प्यो की बदी किन्ना अगे आउंदी है मां प्यो की बदी किन्ना अगे आउंदी है किसी वेले स्टोरी के मुताबिक सुनाया जाए तो कईयां दे मन में गल्लां बैठ जांदियां ने। राजा होया है कि बड़े ध्यान देकर सुना बच्चों वाले ने बच्चों वाल ध्यान नहीं करना। पहला राजा उसका 21 अध्याय 1 ऐप तो लैके तो 29 ऐप तक तुहानूं दस्सण लगा हाँ और बाद में जब मैं कहांगा उदों 28 तो 29 ऐप पढ़ी जाएगी। एक राजा होया है राजा अहाब राजा होया है इस्राएल का न्याय करने वाला राजा अहाब होया है। जब राजा अहाब राज करता है वो रहिंदा है सामरिया के नगर के विच वो कित्थे रहिंदा है हाँ जी थोड़ा जिहा जवाब भी देना है हंगारा पढ़ना है वो किहड़े नगर में रहिंदा है इस्राएल का न्याय करने वाला राजा अहाब जोड़ा है वो सामरिया के नगर में रहिंदा है। उत्थों का एक इंसान है जिहदा नाम है नबोत जिहदा नाम की है नबोत है वो इजराइल का रहने वाला है। तो जिहड़ा अहाब सी अहाब का जिहड़ा महल है वो सामरिया दे विच है उहदे महल के लागे चागे एक नबोत जिहड़ा नाम का व्यक्ति है उहदी पैली नाल लगदी है की लगदी है की नाल लगती है पैली लगती है वो पैली इस तरह की है वो अंगूर का बाग है अंगूर का बाग सी। जब राजा अहाब जड़ा है जब इंसान बड़ा हो जाता है वो बहुते पाप करने चालू कर देता है। जो जो भी इंसान अमीर होगा ना पहले तो आप दिहाड़ी से जाएगा जब दिहाड़ी से जाएगा तो थोड़ा जिहा जेकर परमेश्वर हाथ सीधे करन लग पैंदा है तो कहना थोड़ी थोड़ी हेरा फेरी भी करने लग पिया वो थोड़ी थोड़ी हेरा फेरी करने लग पैंदा है। जब होर थोड़ा जा वधदा है तो वह की करता थोड़ा जा ब्याज देना चालू कर देता है। चलो भाई 10,000 देने 10,000 का 11,000 मिल जाना है। पर जो राजा अहाब सी
ਉਹ ਸਾਮਰੀਆ ਦੇ ਨਗਰ ਵਿੱਚ ਰਹਿੰਦਾ ਹੈ। ਉੱਥੋਂ ਦਾ ਇੱਕ ਵਿਅਕਤੀ ਸੀ ਜਿਸ ਦਾ ਨਾਮ ਕੀ ਸੀ? ਨਬੋਤ ਸੀ। ਯਿਜ਼ਰੇਲ ਦਾ ਰਹਿਣ ਵਾਲਾ ਨਬੋਤ ਸੀ। ਉਹ ਜਦ ਵੇਖਦਾ ਹੈ, ਕਹਿੰਦਾ ਹੈ, ਇਮਾਨਦਾਰੀ ਦੇ ਨਾਲ ਰਹਿੰਦਾ ਹੈ। ਜਦ ਰਾਜੇ ਅਹਾਬ ਨੇ ਵੇਖਿਆ ਭਾਈ ਇਹਦਾ ਜਿਹੜਾ ਪਲਾਟ ਹੈ, ਇਹਦੀ ਜਿਹੜੀ ਪੈਲੀ ਹੈ ਉਹ ਮੇਰੇ ਮਹਿਲ ਦੇ ਨਾਲ ਲੱਗਦੀ ਹੈ। ਕਹਿੰਦਾ ਇਹਦੀ ਜਿਹੜੀ ਪੈਲੀ ਹੈ ਮੇਰੇ ਮਹਿਲ ਦੇ ਨਾਲ ਲੱਗਦੀ ਹੈ, ਕਿਉਂ ਨਾ ਇਹ ਪੈਲੀ ਇਸ ਨੂੰ ਕਹਿ ਦੇਵਾਂ ਮੈਨੂੰ ਦੇ ਦੇ, ਮੈਂ ਇੱਥੇ ਸਬਜ਼ੀਆਂ ਬੀਜਿਆ ਕਰਾਂਗਾ। ਮਨ ਵਿੱਚ ਪਾਪ ਪੈਦਾ ਹੋ ਗਿਆ। ਰਾਜਾ ਸੀ, ਰਾਜੇ ਦੇ ਮਨ ਵਿੱਚ ਪਾਪ ਪੈਦਾ ਹੋ ਗਿਆ। ਕਹਿੰਦਾ ਕਿਉਂ ਨਾ ਇਹ ਪੈਲੀ ਮੈਂ ਲੈ ਲਵਾਂ ਤੇ ਇੱਥੇ ਮੈਂ ਸਬਜ਼ੀ ਬੀਜਾਂਗਾ। ਪਰ ਜਦ ਉਸਨੇ ਗੱਲ ਕੀਤੀ ਆ ਉਸ ਵਿਅਕਤੀ ਦੇ ਨਾਲ ਜਿਸ ਦਾ ਨਾਮ ਕੀ ਆ? ਨਬੋਤ ਹੈ, ਉਸ ਵਿਅਕਤੀ ਦੇ ਨਾਲ ਗੱਲ ਕਰਦਾ ਹੈ। ਕਹਿੰਦਾ ਹੈ ਨਬੋਤ ਯਾਰ ਮੇਰੀ ਗੱਲ ਤਾਂ ਸੁਣਾ। ਕਹਿੰਦਾ ਬੋਲੇ ਤੁਸੀਂ ਪਾਤਸ਼ਾਹ ਦਾ ਹੁਕਮ ਮੰਨਣਾ ਸਾਡੇ ਵਾਸਤੇ ਵਧੀਆ ਗੱਲ ਹੈ। ਬੋਲੇ ਤੇ ਸਹੀ ਕਿਹੜਾ ਹੁਕਮ ਕਰਦੇ ਜੇ? ਕਹਿੰਦਾ ਵੇਖ ਨਬੋਤ ਜਿਹੜੀ ਪੈਲੀ ਤੇਰੀ ਆ ਮੇਰੇ ਮਹਿਲ ਦੇ ਨਾਲ ਲੱਗਦੀ ਆ, ਮੇਰਾ ਮਨ ਚਾਹੁੰਦਾ ਹੈ ਇਹ ਪੈਲੀ ਤੂੰ ਮੈਨੂੰ ਦੇ ਦੇ। ਕਹਿੰਦਾ ਮੇਰਾ ਮਨ ਚਾਹੁੰਦਾ ਹੈ ਇਹ ਪੈਲੀ ਕਿਹਨੂੰ ਦੇ ਦੇ? ਕਹਿੰਦਾ ਤੇਰਾ ਅੰਗੂਰਾਂ ਦਾ ਬਾਗ ਹੈ, ਵੇਖ ਇਹਦੇ ਬਦਲੇ ਮੈਂ ਤੈਨੂੰ ਇੱਕ ਅੰਗੂਰਾਂ ਦਾ ਬਾਗ ਲੈ ਦੇਵਾਂਗਾ। ਪਰ ਜੇ ਤੇਰਾ ਮਨ ਚਾਹੇ ਤੇ ਕਹਿੰਦਾ ਇਹਦੀ ਕੀਮਤ ਵੀ ਅਦਾ ਕਰ ਦਿਆਂਗਾ। ਕਹਿੰਦਾ ਜੇਕਰ ਤੇਰਾ ਮਨ ਚਾਹੇ ਇਹਦੀ ਕੀਮਤ ਵੀ ਅਦਾ ਕਰ ਦਿਆਂਗਾ। ਪਰ ਅੱਗੋਂ ਉਹ ਇਮਾਨਦਾਰ ਸੀ, ਨਬੋਤ ਜਿਹੜਾ ਇਮਾਨਦਾਰ ਸੀ। ਕਹਿੰਦਾ ਪਾਤਸ਼ਾਹ ਜੀ ਮੈਂ ਇੱਕ ਗੱਲ ਕਹਿੰਦਾ ਹਾਂ। ਕਹਿੰਦਾ ਬੋਲੇ। ਕਹਿੰਦਾ ਸਾਡੇ ਪਰਿਵਾਰ ਦੀ ਇੱਕ ਪਰੰਪਰਾ ਹੈ, ਜਿਹੜੀ ਮਾਂ ਪਿਓ ਨੇ ਜਾਇਦਾਦ ਜੋੜੀ ਹੈ ਇਹ ਕੋਈ ਵੇਚਦਾ? ਜਿਹੜੀ ਮਾਂ ਪਿਓ ਨੇ ਜਾਇਦਾਦ ਬਣਾਈ ਹੈ ਉਹ ਕੋਈ ਵੇਚਦਾ? ਪਰ ਬਹੁਤੇ ਵੇਚ ਕੇ ਹੜੱਪ ਕਰ ਜਾਂਦੇ ਆ, ਬਹੁਤੇ ਵੇਚ ਕੇ ਹੜੱਪ ਕਰ ਜਾਂਦੇ ਆ। ਉਹ ਕਹਿੰਦੇ ਆ ਸਾਨੂੰ ਕੋਈ ਪਰਵਾਹ ਨਹੀਂ ਆ। ਪਰ ਇਮਾਨਦਾਰੀ ਵਿਖਾਉਂਦਾ ਨਬੋਤ। ਕਹਿੰਦਾ ਰਾਜਾ ਮੈਂ ਜਾਣਦਾ ਹਾਂ ਤੂੰ ਰਾਜਾ ਹੈ, ਤੂੰ ਜੋ ਵੀ ਚਾਹੇ ਕਰ ਸਕਦਾ ਹੈ, ਪਰ ਮੇਰੀ ਤੇਰੇ ਅੱਗੇ ਅਰਜ਼ ਹੈ। ਅਰਜ਼ ਇਹ ਹੈ ਭਈ ਸਾਡੇ ਘਰ ਦੀ ਪਰੰਪਰਾ ਹੈ ਭਈ ਜਿਹੜੀ ਧਨ ਇਹ ਅਸੀਂ ਇਕੱਠਾ ਕੀਤਾ ਹੈ, ਇਹ ਜਿਹੜੀ ਜਾਇਦਾਦ ਬਣਾਈ ਹੈ ਇਹ ਸਾਡੇ ਵੱਡਿਆਂ ਦੀ ਕਹਿੰਦਾ ਨਿਸ਼ਾਨੀ ਹੈ। ਸਾਡੇ ਘਰਾਂ ਦੇ ਵਿੱਚ ਕਹਿੰਦਾ ਇਹੋ ਜਿਹੀਆਂ ਇਸ ਤਰ੍ਹਾਂ ਜਾਇਦਾਦ ਵੇਚਦੇ ਨਹੀਂ ਆ। ਉਹ ਰਾਜਾ ਬੜਾ ਉਦਾਸ ਹੋ ਜਾਂਦਾ ਹੈ। ਜਦ ਰਾਜਾ ਉਦਾਸ ਹੋ ਜਾਂਦਾ, ਜਦ ਇਹ ਗੱਲ ਸੁਣ ਕੇ ਉਸਦੇ ਕੋਲ ਨਬੋਤ ਦੇ ਕੋਲੋਂ ਬਾਹਰੋਂ ਆਉਂਦਾ ਹੈ, ਆਉਂਦਿਆਂ ਮੂੰਹ ਲੰਮੇ ਪੈ ਜਾਂਦਾ ਹੈ। ਘਰ ਵਿੱਚ ਆਉਂਦਾ ਹੈ, ਮਹਿਲ ਵਿੱਚ ਆਣ ਕੇ ਤੇ ਲੰਮਿਆਂ ਪੈ ਜਾਂਦਾ ਹੈ। ਜਦ ਲੰਮਿਆਂ ਪੈ ਜਾਂਦਾ ਹੈ ਤੇ ਵਚਨ ਬਿਆਨ ਕਰਦਾ, ਉਹਦੇ ਸੈਨਿਕ ਆਉਂਦੇ ਆ, ਗੋਲੇ ਆਉਂਦੇ ਆ, ਕਹਿੰਦੇ ਆ ਪਾਤਸ਼ਾਹ ਤੇਰੇ ਲਈ ਖਾਣਾ ਲੈ ਕੇ ਆਇਆ, ਖਾਣਾ ਖਾ ਲਾ। ਕਹਿੰਦਾ ਮੈਂ ਖਾਣਾ ਨਹੀਂ ਖਾਵਾਂਗਾ। ਉਹਦੀ ਘਰ ਦੀ ਦਾ ਨਾਮ ਇਸਬਲ ਹੈ। ਰਾਜਾ ਅਹਾਬ ਦੀ ਘਰਵਾਲੀ ਦਾ ਨਾਮ ਕੀ ਹੈ? ਰਾਜਾ ਅਹਾਬ ਦੀ ਘਰਵਾਲੀ ਦਾ ਨਾਮ ਕੀ ਹੈ? ਇਸਬਲ ਹੈ। ਜਦ ਵੇਖਦੀ ਹੈ ਭਈ ਸੈਨਿਕਾਂ ਦਾ ਇਹਨੇ ਆਖਾ ਨਹੀਂ ਮੰਨਿਆ, ਇਹਨੇ ਗੋਲੀਆਂ ਦਾ ਆਖਾ ਨਹੀਂ ਮੰਨਿਆ। ਰਾਜਾ ਹੈ, ਰਾਜੇ ਨੇ ਖਾਣਾ ਨਹੀਂ ਖਾਧਾ। ਮੈਂ ਇਸਦੀ ਧਰਮ ਪਤਨੀ ਆ, ਮੈਂ ਜਾਣੀ ਆ, ਮੈਂ ਵੇਖਦੀ ਆ ਭਈ ਇਹਨੇ ਖਾਣਾ ਕਿਉਂ ਨਹੀਂ ਖਾਧਾ। ਜਦ ਮਹਿਲ ਦੇ ਅੰਦਰ ਵੜਦੀ ਹੈ, ਰਾਣੀ ਇਸਬਲ ਅੰਦਰ ਆਈ ਹੈ, ਰਾਜੇ ਨੂੰ ਕਹਿਣ ਲੱਗੀ ਆ ਰਾਜਾ ਤੂੰ ਖਾਣਾ ਕਿਉਂ ਨਹੀਂ ਖਾਂਦਾ? ਮੈਨੂੰ ਦੱਸ ਤਾਂ ਸਹੀ, ਤੂੰ ਕਿਉਂ ਮੂੰਹ ਉਦਾਸ ਜਿਹਾ ਬਣਾਇਆ ਹੈ? ਤੂੰ ਮੂੰਹ ਕਿਉਂ ਲਮਕਾਇਆ ਹੋਇਆ ਤੇਰਾ ਦਿਖਦਾ ਹੈ? ਮੈਨੂੰ ਦੱਸ ਤਾਂ ਸਹੀ ਕੰਮ ਕੀ ਆ? ਰਾਜਾ ਹੋ ਕੇ ਵੀ ਤੇਰੇ ਮੂੰਹ ਤੇ ਇੰਨੀਆਂ ਉਦਾਸੀਆਂ? ਰਾਜੇ ਦੇ ਮੂੰਹ ਤੇ ਕਹਿੰਦੀ ਉਦਾਸੀਆਂ ਨਹੀਂ ਹੁੰਦੀਆਂ। ਮੈਨੂੰ ਦੱਸ, ਮੈਂ ਤੇਰਾ ਜੀਵਨ ਸਾਥੀ ਆ, ਮੈਂ ਉਹਦਾ ਹੱਲ ਕਰਾਂਗੀ। ਅੱਗੋਂ ਰਾਜਾ ਜਿਹੜਾ ਅਹਾਬ ਹੈ ਕਹਿਣ ਲੱਗਾ, ਕਹਿੰਦਾ ਰਾਣੀ ਮੇਰੀ ਇੱਕ ਗੱਲ ਸੁਣ, ਜਿਹੜੀ ਆਪਣੇ ਮਹਿਲ ਦੇ ਨਾਲ ਲੱਗਦੀ ਜ਼ਮੀਨ ਹੈ, ਜਿਹਦੇ ਵਿੱਚ ਨਬੋਤ ਨਾਮ ਦਾ ਜਿਹੜਾ ਵਿਅਕਤੀ ਹੈ ਉਹਦਾ ਅੰਗੂਰਾਂ ਦਾ ਬਾਗ ਹੈ। ਮੇਰਾ ਮਨ ਚਾਹੁੰਦਾ ਸੀ ਉਹ ਅੰਗੂਰਾਂ ਦਾ ਬਾਗ ਮੈਨੂੰ ਮਿਲ ਜਾਂਦਾ, ਪਰ ਅੱਗੋਂ ਉਸ ਵਿਅਕਤੀ ਨੇ ਮੈਨੂੰ ਨਾ ਕਰ ਦਿੱਤੀ ਹੈ। ਮੈਂ ਇਸ ਕਰਕੇ ਉਦਾਸ ਹਾਂ, ਮੈਂ ਖਾਣਾ ਨਹੀਂ ਛਕਾਂਗਾ, ਮੈਂ ਇਹ ਪਾਣੀ ਨਹੀਂ ਪੀਵਾਂਗਾ। ਉਹ ਰਾਣੀ ਕਹਿਣ ਲੱਗੀ ਉਹਦੀ ਘਰਵਾਲੀ,
ਰਾਜਾ ਤੂੰ ਇੰਜ ਕਰ, ਇਹ ਜਿਹੜਾ ਤੂੰ ਕੰਮ ਕਹਿ ਰਿਹਾ ਮੈਂ ਕੰਮ ਕਰ ਦੇਵਾਂਗੀ, ਪਹਿਲਾਂ ਖਾਣਾ ਖਾ, ਇਹ ਪਾਣੀ ਨੂੰ ਪੀ, ਤੂੰ ਆਪਣੇ ਵਿੱਚ ਮਜ਼ਬੂਤ ਹੋ। ਪਰ ਕਈ ਘਰ ਵਾਲੀਆਂ ਵੀ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੇ ਦੋਵੇਂ ਰਲ ਕੇ ਪਾਪ ਕਰਦੇ ਆ। ਕਈ ਜੋੜਾ ਵੀ ਇਹੋ ਜਿਹਾ ਹੈ ਰਲ ਕੇ ਪਾਪ ਕਰਦਾ। ਜੇਕਰ ਰਾਣੀ ਚੰਗੀ ਹੁੰਦੀ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਵੇਖ ਉਹਨੇ ਇਮਾਨਦਾਰੀ ਵਿਖਾਈ ਹੈ, ਸਾਡਾ ਹੱਕ ਨਹੀਂ ਆ ਉਹਦੀ ਜਾਇਦਾਦ ਖੋਣ ਵਾਲਾ, ਸਾਡਾ ਮਨ ਨਹੀਂ ਚਾਹੁੰਦਾ ਅਸੀਂ ਉਸ ਦੀ ਜਾਇਦਾਦ ਖੋਈਏ। ਪਰ ਦੋਵਾਂ ਦੇ ਵਿੱਚ ਪਾਪ ਪੈਦਾ ਹੋ ਗਿਆ। ਜਦ ਦੋਵਾਂ ਦੇ ਵਿੱਚ ਪਾਪ ਪੈਦਾ ਹੋ ਗਿਆ ਪਰਮੇਸ਼ਰ ਨੇ ਸਜ਼ਾ ਦਿੱਤੀ ਹੈ। ਉਹ ਬੜੇ ਧਿਆਨ ਦੇ ਕੇ ਸਭਨਾਂ ਨੇ ਸੁਣੀ ਹੈ। ਜਦ ਰਾਣੀ ਨੇ ਇਹ ਗੱਲਾਂ ਕਹਿਣ ਲੱਗੀ ਹੈ ਰਾਜਾ ਤੂੰ ਖਾ ਔਰ ਪੀ, ਵੇਖ ਤੇਰੇ ਮਸਲੇ ਦਾ ਹੱਲ ਮੈਂ ਕਰ ਦਿਆਂਗੀ। ਜਦ ਪਤਾ ਲੱਗਾ ਹੈ ਵੀ ਇਹ ਮਸਲੇ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ, ਜਦ ਰਾਣੀ ਨੇ ਉਹਨੂੰ ਰੋਟੀ ਔਰ ਪਾਣੀ ਖਵਾ ਦਿੱਤਾ ਹੈ, ਪਿਆ ਦਿੱਤਾ ਹੈ ਔਰ ਕਹਿਣ ਲੱਗੀ ਤੂੰ ਮਜ਼ਬੂਤ ਹੋ ਜਾਈ, ਮੈਂ ਇਹ ਕੰਮ ਜ਼ਰੂਰ ਕਰਾਂਗੀ, ਜਿਹੜੀ ਪੈਲੀ ਤੂੰ ਕਹਿੰਦਾ ਆ ਨਾ ਅੰਗੂਰਾਂ ਦਾ ਬਾਗ ਤੈਨੂੰ ਦਵਾ ਦੇਵਾਂਗੀ। ਪਰ ਵੇਖਿਓ ਇਹਦੇ ਵਿੱਚ ਇੱਕ ਪਾਪ ਨਜ਼ਰ ਆਉਂਦਾ ਹੈ। ਉਹ ਪਾਪ ਨੂੰ ਬੜੇ